ਕੀ ਹਾਲ ਨੇ ਸਾਥੀਓ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਜੀਓਗ੍ਰਾਫੀ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਆ। ਉਹ ਸੀਰੀਜ਼ ਦੇ ਵਿੱਚ ਆਪਾਂ ਪਹਿਲਾਂ ਭਾਰਤ ਬਾਰੇ ਪੜ੍ਹਿਆ ਸੀ। ਭਾਰਤ ਤੋਂ ਬਾਅਦ ਫਿਰ ਆਪਾਂ ਭਾਰਤ ਦੀ ਫਿਜ਼ੀਕਲ ਜੀਓਗ੍ਰਾਫੀ ਕੀ ਆ ਉਹਦੇ ਬਾਰੇ ਚਰਚਾ ਕੀਤੀ ਸੀਗੀ। ਜਿਹੜਾ ਅੱਜ ਆਪਾਂ ਕੰਮ ਕਰਨਾ ਦੈਟ ਇਜ਼ ਕਿ ਫਿਰ ਨਦੀਆਂ ਬਾਰੇ ਪੜ੍ਹਿਆ ਸੀ। ਅੱਜ ਆਪਾਂ ਕੁਝ ਕੁ ਪ੍ਰੋਜੈਕਟਾਂ ਬਾਰੇ ਪੜ੍ਹਦੇ ਹਾਂ, ਜਿਹੜੇ ਪ੍ਰੋਜੈਕਟ ਕਾਫੀ ਇੰਪੋਰਟੈਂਟ ਨੇ, ਜਿਹੜੇ ਕਿ ਪੇਪਰਾਂ ਦੇ ਵਿੱਚ ਆਉਂਦੇ ਨੇ। ਸਾਥੀਓ ਸਭ ਤੋਂ ਪਹਿਲਾਂ ਜੇ ਗੱਲ ਕਰੀ ਸੀ ਮੰਡੀ ਪ੍ਰੋਜੈਕਟ, ਤਾਂ ਇੱਕ ਡੈਮ ਬਣਾਇਆ ਹੋਇਆ ਦੈਟ ਇਜ਼ ਕਾਲਡ ਮੰਡੀ ਡੈਮ। ਕੁਐਸਚਨ ਵੀ ਕਿਹੜੀ ਨਦੀ ਤੇ ਬਣਿਆ ਹੋਇਆ, ਤਾਂ ਬਿਆਸ ਨਦੀ ਦੇ ਕੰਢੇ ਤੇ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਆਸ ਨਦੀ ਦੇ ਕੰਢੇ ਤੇ ਕੀ ਬਣਾਇਆ ਹੈ ਸਾਥੀਓ, ਮੰਡੀ ਪ੍ਰੋਜੈਕਟ ਲੱਗਿਆ ਹੈ। ਅੱਗੇ ਬਹੁਤ ਹੀ ਫੇਮਸ ਡੈਮ ਜਾਂ ਪ੍ਰੋਜੈਕਟ ਹੈ ਚੰਬਲ ਵੈਲੀ ਪ੍ਰੋਜੈਕਟ। ਸਾਥੀਓ ਚੰਬਲ ਤੁਹਾਨੂੰ ਪਤਾ ਕਿ ਨਦੀ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਦੋਂ ਨਦੀਆਂ ਪੜ੍ਹਾਉਂਦਾ ਸੀਗਾ, ਤਾਂ ਮੱਧ ਪ੍ਰਦੇਸ਼ ਦੀ ਨਦੀ ਹੈ ਚੰਬਲ ਨਦੀ। ਪੁਰਾਣੇ ਸਮੇਂ ਦੇ ਵਿੱਚ ਇਹ ਦੈਟ ਇਜ਼ ਕੀ ਆ, ਜਿਹੜੇ ਪੈਟਰਨਸ ਬਣਾਉਂਦੇ ਸੀ, ਜੰਗਲ ਬਹੁਤ ਹੁੰਦੇ ਸੀ, ਤਾਂ ਬਹੁਤ ਸਾਰੇ ਡਾਕੂਆਂ ਵਾਸਤੇ ਦੈਟ ਇਜ਼ ਕਿ ਥਾਂ ਬਣਦੀ ਸੀ। ਪਰ ਹੌਲੀ ਹੌਲੀ ਇਹ ਚੰਬਲ ਨਦੀ ਦੇ ਡੈਮ ਬਣਾਏ ਗਏ ਅਤੇ ਜਿਹੜੀ ਮਿੱਟੀ ਸੀਗੀ ਉਹਨੂੰ ਖੋਰਿਆ ਗਿਆ ਅਤੇ ਖੇਤੀਯੋਗ ਬਣਾਇਆ ਗਿਆ। ਅਸੀਂ ਦੇਖਦੇ ਹਾਂ ਕਿ ਚੰਬਲ ਨਦੀ ਜਿਹੜੀ ਹੈਗੀ ਆ ਉਹ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਵਹਿੰਦੀ ਆ। ਤਾਂ ਤਿੰਨ ਡੈਮ ਸਾਨੂੰ ਦੇਖਣ ਨੂੰ ਮਿਲਦੇ ਨੇ। ਗਾਂਧੀ ਸਾਗਰ ਡੈਮ, ਦੂਜਾ ਹੈਗਾ ਰਾਣਾ ਪ੍ਰਤਾਪ ਸਾਗਰ ਡੈਮ, ਤੀਜਾ ਹੈਗਾ ਜਵਾਹਰ ਸਾਗਰ ਡੈਮ। ਤਾਂ ਸਾਥੀਓ ਤਿੰਨੇ ਡੈਮ ਹੀ, ਭਾਵੇਂ ਗਾਂਧੀ ਸਾਗਰ ਹੋਇਆ, ਚਾਹੇ ਰਾਣਾ ਪ੍ਰਤਾਪ ਹੋਇਆ, ਚਾਹੇ ਜਵਾਹਰ ਸਾਗਰ ਡੈਮ ਹੋਇਆ, ਤਿੰਨੇ ਡੈਮ ਹੀ ਸਾਨੂੰ ਚੰਬਲ ਨਦੀ ਦੇ ਉੱਤੇ ਦੇਖਣ ਨੂੰ ਮਿਲਦੇ ਨੇ। ਸਾਥੀਓ ਅਗਲਾ ਜਿਹੜਾ ਡੈਮ ਹੈਗਾ ਦਾਮੋਦਰ ਨਦੀ 'ਤੇ। ਦਾਮੋਦਰ ਨਦੀ ਮੈਂ ਤੁਹਾਨੂੰ ਦੱਸਿਆ ਸੀਗਾ, ਥੋੜ੍ਹਾ ਯਾਦ ਹੋਵੇ ਤਾਂ ਬਿਹਾਰ ਤੋਂ ਹੁੰਦੀ ਹੋਈ, ਤਾਂ ਬਿਹਾਰ ਤੋਂ ਇਹ ਜਾਂਦੀ ਆ ਬੰਗਾਲ। ਤਾਂ ਬਿਹਾਰ ਤੋਂ ਬੰਗਾਲ ਹੁੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੀ ਹੈ। ਤਾਂ ਦਾਮੋਦਰ ਨਦੀ 'ਤੇ ਬਿਹਾਰ ਦੇ ਵਿੱਚ ਦਾਮੋਦਰ ਪ੍ਰੋਜੈਕਟ ਲਾਇਆ ਹੋਇਆ ਹੈਗਾ। ਅਸੀਂ ਦੇਖਦੇ ਹਾਂ ਬਿਲਕੁਲ ਉੱਦਾਂ ਹੀ ਆ ਜੋ ਅਮਰੀਕਾ ਦੇ ਵਿੱਚ ਇੱਕ ਟੈਨੇਸੀ ਨਦੀ ਵਹਿੰਦੀ ਆ, ਤਾਂ ਟੈਨੇਸੀ ਨਦੀ 'ਤੇ ਇੱਕ ਪ੍ਰੋਜੈਕਟ ਲੱਗਿਆ ਹੈ ਟੈਨੇਸੀ ਵੈਲੀ ਪ੍ਰੋਜੈਕਟ। ਤਾਂ ਉਹਦੀ ਕਾਪੀ ਕੀਤੀ ਗਈ, ਉਹੀ ਪ੍ਰੋਜੈਕਟ ਨੂੰ ਦੈਟ ਇਜ਼ ਕੀ ਆ ਲਾਇਆ ਗਿਆ ਕਿਹਦੇ 'ਤੇ, ਦਾਮੋਦਰ ਨਦੀ 'ਤੇ। ਅੱਗੇ ਚੱਲਦੇ ਹਾਂ ਹੀਰਾਕੁੰਡ ਡੈਮ, ਬਹੁਤ ਹੀ ਫੇਮਸ ਡੈਮ ਆ ਸਾਥੀਓ। ਹੀਰਾਕੁੰਡ ਡੈਮ ਅਸੀਂ ਦੇਖਦੇ ਹਾਂ ਉੜੀਸਾ ਦੀ ਲਾਈਫ ਲਾਈਨ ਦੈਟ ਇਜ਼ ਕਾਲਡ ਮਹਾਨਦੀ। ਤਾਂ ਮਹਾਨਦੀ 'ਤੇ ਹੀਰਾਕੁੰਡ ਡੈਮ ਬਣਿਆ ਹੋਇਆ। ਇਹ ਦੁਨੀਆ ਦਾ ਸਭ ਤੋਂ ਲੰਬਾ ਡੈਮ ਆ, ਲੰਬਾ, ਉੱਚਾ ਨਹੀਂ, ਲੰਬਾ ਡੈਮ। ਤਾਂ ਜੇ ਉੱਚੇ ਦੀ ਗੱਲ ਕਰੀਏ ਤਾਂ ਉੱਚਾ ਡੈਮ ਤਾਂ ਹੈਗਾ ਇੱਕ ਡੈਮ ਹੈਗਾ ਥਰੀ ਗੋਰਜ ਡੈਮ। ਸਾਥੀਓ ਇਹ ਡੈਮ ਆ ਕਿਹਦਾ, ਇਹ ਡੈਮ ਹੈਗਾ ਗਾ ਚਾਈਨਾ ਦਾ, ਚੀਨ ਦਾ ਡੈਮ ਆ। ਤੁਹਾਡੇ ਦੇ ਕੁਐਸਚਨ ਤੁਸੀਂ ਦੱਸਣਾ ਵੀ ਇਹ ਡੈਮ ਕਿਹੜੀ ਨਦੀ 'ਤੇ ਬਣਿਆ ਹੋਇਆ, ਥਰੀ ਗੋਰਜ ਡੈਮ ਕਿਹੜੀ ਨਦੀ 'ਤੇ ਬਣਿਆ ਹੋਇਆ। ਪਰ ਸਭ ਤੋਂ ਲੰਬਾ ਡੈਮ ਜਿਹੜਾ ਹੈਗਾ ਉਹ ਕੀ ਹੀਰਾਕੁੰਡ ਡੈਮ ਆ, ਜੋ ਮਹਾਨਦੀ 'ਤੇ ਉੜੀਸਾ 'ਚ ਬਣਾਇਆ ਗਿਆ। ਅੱਗੇ ਚੱਲਦੇ ਸਾਥੀਓ ਅਸੀਂ ਦੇਖਦੇ ਹਾਂ ਕਿ ਰਿਹੰਦ ਡੈਮ ਬਣਿਆ ਹੋਇਆ। ਰਿਹੰਦ ਡੈਮ ਇੱਕ ਨਦੀ ਆ ਸੋਨ ਨਦੀ, ਤੁਹਾਡੇ ਯਾਦ ਹੋਊਗਾ ਪੜ੍ਹਿਆ ਸੀ ਆਪਾਂ ਸੋਨ ਨਦੀ ਬਾਰੇ। ਤਾਂ ਇਹ ਨਦੀ ਦੁਆਰਾ ਰਿਹੰਦ ਡੈਮ ਬਣਾਇਆ ਗਿਆ। ਅਗਲੀ ਗੱਲ ਬਹੁਤ ਇੰਪੋਰਟੈਂਟ ਆ, ਅਸੀਂ ਦੇਖਦੇ ਹਾਂ ਕਿ ਇੱਕ ਗੋਬਿੰਦ ਬੱਲਭ ਸਾਗਰ ਝੀਲ ਬਣੀ ਹੋਈ ਹੈ। ਇਹ ਭਾਰਤ ਦੀ ਮੈਨਮੇਡ ਮਨੁੱਖ ਦੁਆਰਾ ਬਣਾਈ ਗਈ ਸਭ ਤੋਂ ਵੱਡੀ ਝੀਲ ਆ। ਤਾਂ ਧਿਆਨ ਰੱਖਣਾ ਗੋਬਿੰਦ ਬੱਲਭ ਪੰਤ ਸਾਗਰ ਝੀਲ ਬਣਾਈ ਗਈ ਹੈ ਰਿਹੰਦ ਡੈਮ ਦੇ ਕੋਲੇ। ਅਤੇ ਸੋਨ ਨਦੀ ਦਾ ਪਾਣੀ ਕਿਹਦੇ ਵਿੱਚ ਪੈਂਦਾ ਗਾ, ਰਿਹੰਦ ਡੈਮ ਗੋਬਿੰਦ ਬੱਲਭ ਪੰਤ ਸਾਗਰ ਝੀਲ 'ਚ ਪੈਂਦਾ। ਅਗਲਾ ਸਾਥੀਓ ਕੋਸੀ ਡੈਮ, ਨਾਂ ਤੋਂ ਪਤਾ ਲੱਗ ਰਿਹਾ ਕੋਸੀ ਡੈਮ ਕੋਸੀ ਨਦੀ 'ਤੇ ਬਣਿਆ ਹੋਇਆ। ਅਤੇ ਕੋਸੀ ਨਦੀ ਸਾਥੀਓ ਕਿਹਦੀ ਨਦੀ ਆ, ਅਸੀਂ ਦੇਖਦੇ ਹਾਂ ਬਿਹਾਰ ਦੀ ਨਦੀ ਆ ਬਹੁਤ ਵੱਡੀ ਕੋਸੀ ਨਦੀ। ਅਗਲਾ ਹੈਗਾ ਸਾਥੀਓ ਕਾਕਰਾਪਾਰ ਡੈਮ। ਕਾਕਰਾਪਾਰ ਡੈਮ ਸਾਥੀਓ ਅਸੀਂ ਦੇਖਦੇ ਹਾਂ ਬਹੁਤ ਹੀ ਫੇਮਸ ਆ, ਪੜ੍ਹਿਆ ਵੀ ਸੀ ਆਪਾਂ, ਤਾਪੀ ਨਦੀ 'ਤੇ ਗੁਜਰਾਤ ਦੇ ਵਿੱਚ ਆਪਾਂ ਪੜ੍ਹਿਆ ਸੀ। ਮੱਧ ਪ੍ਰਦੇਸ਼ ਤੋਂ ਹੁੰਦੀ ਹੋਈ ਤਾਪੀ ਨਦੀ ਗੁਜਰਾਤ 'ਚ ਵਹਿੰਦੀ ਆ। ਤਾਂ ਗੁਜਰਾਤ 'ਤੇ ਕਾਕਰਾਪਾਰ ਡੈਮ ਲੱਗਿਆ ਹੋਇਆ ਤਾਪੀ ਨਦੀ 'ਤੇ। ਅੱਗੇ ਹੈਗਾ ਨਿਜ਼ਾਮ ਸਾਗਰ ਪ੍ਰੋਜੈਕਟ। ਨਿਜ਼ਾਮ ਸਾਗਰ ਪ੍ਰੋਜੈਕਟ ਆਂਧਰਾ ਪ੍ਰਦੇਸ਼ ਦੀ ਬਹੁਤ ਹੀ ਫੇਮਸ ਨਦੀ ਆ ਮੰਜਰਾ ਨਦੀ। ਤਾਂ ਮੰਜਰਾ ਨਦੀ 'ਤੇ ਨਿਜ਼ਾਮ ਸਾਗਰ ਪ੍ਰੋਜੈਕਟ ਆ। ਅਗਲਾ ਡੈਮ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਸਾਥੀਓ ਫੇਮਸ ਆ, ਬਹੁਤ ਪੇਪਰਾਂ 'ਚ ਆਇਆ, ਦੈਟ ਇਜ਼ ਨਾਗ ਅਰਜੁਨ ਸਾਥੀਓ ਪ੍ਰੋਜੈਕਟ ਆ, ਜੋ ਕ੍ਰਿਸ਼ਨਾ ਨਦੀ 'ਤੇ ਆ। ਕ੍ਰਿਸ਼ਨਾ ਨਦੀ ਆਪਾਂ ਪੜ੍ਹੀ ਸੀਗੀ ਜਿਹੜੀ ਕਿ ਮਹਾਰਾਸ਼ਟਰ 'ਚੋਂ ਨਿਕਲਦੀ ਹੈ। ਮਹਾਰਾਸ਼ਟਰ 'ਚੋਂ ਨਿਕਲਦੀ ਹੋਈ ਦੈਟ ਇਜ਼ ਕਿ ਆਂਧਰਾ ਪ੍ਰਦੇਸ਼ ਰਾਹੀਂ ਹੁੰਦੀ ਹੋਈ ਬੰਗਾਲ ਦੀ ਖਾੜੀ 'ਚ ਡਿੱਗਦੀ ਆ। ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਕਿ ਨਾਗ ਜਿਹੜਾ ਕ੍ਰਿਸ਼ਨਾ ਨਦੀ ਆ ਉਹ ਇੱਕ ਪਹਾੜੀਆਂ ਸੀਗੀਆਂ ਮਹਾਰਾਸ਼ਟਰ ਦੇ ਵਿੱਚ, ਤਾਂ ਕਿਹੜੀਆਂ ਪਹਾੜੀਆਂ ਦੇ ਵਿੱਚੋਂ ਜਿਹੜੀ ਹੈਗੀ ਆ ਸਾਡੀ ਕ੍ਰਿਸ਼ਨਾ ਨਦੀ ਸਾਥੀਓ ਨਿਕਲਦੀ ਆ। ਤਾਂ ਪਹਾੜਾਂ ਦੇ ਨਾਂ ਦੱਸਣੇ ਨੇ ਜਿਹੜੇ ਪਹਾੜਾਂ 'ਚੋਂ ਕ੍ਰਿਸ਼ਨਾ ਨਦੀ ਨਿਕਲਦੀ ਆ। ਅੱਗੇ ਹੈਗਾ ਤੁੰਗਭਦਰਾ ਪ੍ਰੋਜੈਕਟ ਤੁੰਗਭਦਰਾ ਨਦੀ 'ਤੇ ਬਣਿਆ ਹੋਇਆ। ਅਤੇ ਤੁੰਗਭਦਰਾ ਨਦੀ ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ 'ਚ ਵਹਿੰਦੀ ਆ।
ਅਗਲਾ ਡੈਮ ਫਿਰ ਬਹੁਤ ਇੰਪੋਰਟੈਂਟ ਆ, ਇਹ ਹੈਗਾ ਸ਼ਿਵ ਸਮੁੰਦਰਮ। ਸਾਥੀਓ ਸ਼ਿਵ ਸਮੁੰਦਰਮ, ਸਾਥੀਓ ਸ਼ਿਵ ਸਮੁੰਦਰਮ ਜਿਹੜਾ ਡੈਮ ਆ ਅਸੀਂ ਦੇਖਦੇ ਹਾਂ ਕਾਵੇਰੀ ਨਦੀ 'ਤੇ ਬਣਿਆ ਹੋਇਆ, ਅਤੇ ਕਿੱਥੇ ਬਣਿਆ ਸਾਥੀਓ, ਇਹ ਕਰਨਾਟਕਾ ਦੇ ਵਿੱਚ ਬਣਿਆ ਹੋਇਆ। ਅੱਗੇ ਚੱਲਦੇ ਹਾਂ ਸਾਥੀਓ, ਟਾਟਾ ਹਾਈਡਲ ਪ੍ਰੋਜੈਕਟ ਲੱਗਿਆ ਹੋਇਆ। ਟਾਟਾ ਕੰਪਨੀ ਨੇ ਪ੍ਰੋਜੈਕਟ ਲਾਇਆ ਹੈਗਾ। ਅਸੀਂ ਦੇਖਦੇ ਹਾਂ ਕਿ ਇੱਕ ਨਦੀ ਆ ਦੈਟ ਇਜ਼ ਕਿ ਭੀਮਾ ਨਦੀ ਆ ਮਹਾਰਾਸ਼ਟਰਾ ਦੇ ਵਿੱਚ। ਇਹ ਛੋਟੇ ਅੱਜ ਕੱਲ੍ਹ ਪੁੱਛਣ ਲੱਗ ਗਏ, ਪਹਿਲਾਂ ਤਾਂ ਮੇਨ ਪੁੱਛਦੇ ਸੀਗੇ, ਪਰ ਅੱਜ ਕੱਲ੍ਹ ਪੇਪਰਾਂ ਦਾ ਲੈਵਲ ਵੱਧ ਗਿਆ, ਤਾਂ ਛੋਟੇ ਡੈਮਾਂ ਜਿਹੜੇ ਬਣੇ ਹੋਏ ਨੇ ਛੋਟੀਆਂ ਨਦੀਆਂ 'ਤੇ, ਉਹਨਾਂ 'ਤੇ ਵੀ ਕੁਐਸਚਨ ਸਾਥੀਓ ਆ ਜਾਂਦੇ ਨੇ। ਅਸੀਂ ਦੇਖਦੇ ਹਾਂ ਟਾਟਾ ਹਾਈਡਲ ਪ੍ਰੋਜੈਕਟ ਲੱਗਿਆ ਹੈ ਭੀਮਾ ਨਦੀ ਮਹਾਰਾਸ਼ਟਰਾ 'ਤੇ। ਅਗਲਾ ਜਿਹੜਾ ਹੈਗਾ ਉਹ ਹੈਗਾ ਸ਼ਰਾਵਤੀ ਹਾਈਡਲ ਪ੍ਰੋਜੈਕਟ। ਸ਼ਰਾਵਤੀ ਜਾਂ ਇਹਨੂੰ ਪੰਜਾਬੀ 'ਚ ਸ਼ਰਾਵਤੀ ਵੀ ਕਿਹਾ ਜਾਂਦਾ। ਸ਼ਰਾਵਤੀ ਜਿਹੜਾ ਪ੍ਰੋਜੈਕਟ ਆ ਕਰਨਾਟਕਾ ਦੀ ਨਦੀ ਹੈ ਸ਼ਰਾਵਤੀ, ਜਿਹਦੇ 'ਤੇ ਭਾਰਤ ਦਾ ਸਭ ਤੋਂ ਉੱਚਾ ਝਰਨਾ ਜੋਗ ਝਰਨਾ ਵੀ ਬਣਿਆ ਹੋਇਆ। ਜੋਗ ਝਰਨਾ ਸਾਥੀਓ ਯਾਦ ਰੱਖਣਾ, ਜੋਗ ਝਰਨਾ ਸ਼ਰਾਵਤੀ ਨਦੀ 'ਤੇ ਆ। ਹੁਣੇ CDS ਦਾ ਪੇਪਰ ਹੋਇਆ ਸੀਗਾ, ਉਹ 'ਚ ਆਇਆ ਸੀ ਕੁਐਸਚਨ ਕਿ ਇੱਕ ਝਰਨਾ ਬਣਿਆ ਧੂਆਂਧਾਰ ਝਰਨਾ, ਤੁਹਾਡੇ ਵਾਸਤੇ ਆ, ਮੈਂ ਪਹਿਲਾਂ ਪੜ੍ਹਾਇਆ ਹੋਇਆ। ਧੂਆਂਧਾਰ ਝਰਨਾ ਬਹੁਤ ਫੇਮਸ ਆ, ਇਹ ਕਿਹੜੀ ਨਦੀ 'ਤੇ ਬਣਿਆ ਹੋਇਆ ਧੂਆਂਧਾਰ ਝਰਨਾ, ਅਤੇ ਕਿਹੜੇ ਸਟੇਟ 'ਚ ਆ, ਇਹਦਾ ਵੀ ਮੈਨੂੰ ਕਮੈਂਟ ਬਾਕਸ 'ਚ ਕੀ ਆਨਸਰ ਦੇਣਾ। ਸਾਥੀਓ ਅੱਗੇ ਚੱਲਦੇ ਹਾਂ, ਪਰਿਆਰ ਪ੍ਰੋਜੈਕਟ ਆ, ਨਾਂ 'ਤੇ ਆ ਪਰਿਆਰ ਨਦੀ 'ਤੇ, ਤਾਂ ਤਾਮਿਲਨਾਡੂ 'ਚ ਆਪਾਂ ਪੜ੍ਹਿਆ ਸੀਗਾ, ਤਾਮਿਲਨਾਡੂ ਦੀ ਲਾਈਫ ਲਾਈਨ ਪਰਿਆਰ ਨਦੀ ਨੂੰ ਕਿਹਾ ਜਾਂਦਾ ਹੈਗਾ। ਪਰਿਆਰ ਬਹੁਤ ਹੀ ਤਕੜੇ CPI ਲੀਡਰ ਹੋਏ ਨੇ, ਉਹਨਾਂ ਦੇ ਨਾਂ 'ਤੇ ਨਦੀ ਦਾ ਨਾਂ ਰੱਖਿਆ ਹੋਇਆ ਪੈਰੀਆਰ, ਅਤੇ ਤਾਮਿਲਨਾਡੂ 'ਚ ਪਰਿਆਰ ਨਦੀ 'ਤੇ ਦੈਟ ਇਜ਼ ਕੀ ਆ ਪਰਿਆਰ ਪ੍ਰੋਜੈਕਟ ਲੱਗਿਆ ਹੋਇਆ। ਅੱਗੇ ਸਾਥੀਓ ਫਰੱਕਾ ਡੈਮ, ਫਰੱਕਾ ਪ੍ਰੋਜੈਕਟ ਅਸੀਂ ਦੇਖਦੇ ਹਾਂ ਕਿ ਗੰਗਾ ਨਦੀ 'ਤੇ ਬਣਿਆ ਹੋਇਆ। ਧਿਆਨ ਰੱਖਣਾ ਫਰੱਕਾ ਡੈਮ ਗੰਗਾ ਨਦੀ 'ਤੇ, ਅਤੇ ਕਿੱਥੇ ਬਣਿਆ ਹੋਇਆ ਪੱਛਮੀ ਬੰਗਾਲ 'ਚ। ਪੱਛਮੀ ਬੰਗਾਲ ਦੇ ਵਿਚਕਾਰ ਫਰੱਕਾ ਡੈਮ ਬਣਾਇਆ। ਇਹਦਾ ਕਾਰਨ ਕੀ ਸੀ, ਕਲਕੱਤਾ ਜਿਹੜਾ ਸਾਡਾ ਤੁਹਾਨੂੰ ਪਤਾ ਕਲਕੱਤਾ ਬੰਦਰਗਾਹ, ਉੱਥੇ ਕਾਫੀ ਜ਼ਿਆਦਾ ਗਾਦ ਮਿੱਟੀ ਜਮ੍ਹਾਂ ਹੋ ਜਾਂਦੀ ਆ, ਤਾਂ ਉਹਦੇ ਵਿਚਕਾਰ ਜਿਹੜੇ ਆਪਣੇ ਪਾਣੀ ਵਾਲੇ ਜਹਾਜ਼ ਨੇ ਉਹਨਾਂ ਨੂੰ ਦੈਟ ਇਜ਼ ਕਿ ਮੂਵ ਕਰਾਉਣ 'ਚ ਪ੍ਰੋਬਲਮ ਆਉਂਦੀ ਸੀ, ਤਾਂ ਕਰਕੇ ਫਰੱਕਾ ਡੈਮ ਬਣਾ ਕੇ ਅਸੀਂ ਗੰਗਾ ਦਾ ਪਾਣੀ ਉਹ ਕਲਕੱਤਾ ਬੰਦਰਗਾਹ 'ਤੇ ਪਾਉਂਦੇ ਹਾਂ, ਜਿਹਦੇ ਨਾਲ ਮਿੱਟੀ ਥੱਲੇ ਦਬਦੀ ਰਹਿੰਦੀ ਆ। ਤਾਂ ਹਰੇਕ ਡੈਮ ਦਾ ਕੰਮ ਬਿਜਲੀ ਪੈਦਾ ਕਰਨਾ ਨਹੀਂ ਹੁੰਦਾ, ਬਹੁਤ ਸਾਰੇ ਹੋਰ ਕੰਮ ਵੀ ਹੁੰਦੇ ਨੇ। ਜਿਸ ਤਰੀਕੇ ਨਾਲ ਫਰੱਕਾ ਡੈਮ ਜਿਹੜਾ ਹੈਗਾ ਕਲਕੱਤਾ ਬੰਦਰਗਾਹ ਨੂੰ ਚਲਾਉਣ ਦੇ ਵਿਚਕਾਰ ਮੇਨ ਸਹਾਈ ਹੁੰਦਾ। ਅੱਗੇ ਹੈਗਾ ਸਾਥੀਓ ਉਕਾਈ ਪ੍ਰੋਜੈਕਟ, ਤਾਂ ਉਕਾਈ ਡੈਮ ਜਿਹੜਾ ਹੈਗਾ ਤਾਪੀ ਨਦੀ 'ਤੇ ਬਣਿਆ ਹੋਇਆ। ਥੋੜ੍ਹਾ ਯਾਦ ਹੋਣਾ, ਆਪਾਂ ਪੜ੍ਹੇ ਸੀਗੇ ਤਾਪੀ ਨਦੀ 2 ਪ੍ਰੋਜੈਕਟ ਸੀਗੇ, ਇੱਕ ਤਾਂ ਜਿਹੜਾ ਪਹਿਲਾਂ ਪੜ੍ਹ ਚੁੱਕੇ ਹਾਂ ਆਪਾਂ ਪੜ੍ਹਿਆ ਸੀਗਾ ਦੈਟ ਇਜ਼ ਕੌਣ ਕਾਕਰਾਪਾਰ, ਇਹ ਵੀ ਗੁਜਰਾਤ 'ਚ ਆ ਤਾਪੀ ਨਦੀ 'ਤੇ। ਦੂਜਾ ਹੈਗਾ ਆਪਣਾ ਉਕਾਈ ਪ੍ਰੋਜੈਕਟ, ਇਹ ਵੀ ਤਾਪੀ ਨਦੀ 'ਤੇ ਬਣਿਆ ਹੋਇਆ ਗੁਜਰਾਤ ਦੇ ਵਿੱਚ। ਅੱਗੇ ਹੈਗਾ ਸਾਥੀਓ ਮਾਹੀ ਪ੍ਰੋਜੈਕਟ, ਮਾਹੀ ਨਦੀ 'ਤੇ ਆ ਗੁਜਰਾਤ ਦੇ ਵਿੱਚ। ਅਗਲਾ ਹੈਗਾ ਸਲਾਲ ਪ੍ਰੋਜੈਕਟ, ਇਹ ਕਾਫੀ ਫੇਮਸ ਹੈ ਸਾਥੀਓ। ਸਲਾਲ ਡੈਮ ਦੈਟ ਇਜ਼ ਕੀ ਆ ਕਾਫੀ ਨਿਊਜ਼ 'ਚ ਰਹਿੰਦਾ ਹੈਗਾ, ਕਿਉਂਕਿ ਪਾਕਿਸਤਾਨ ਹਮੇਸ਼ਾ ਇਹਦਾ ਵਿਰੋਧ ਕਰਦਾ ਇਹ ਡੈਮ ਦਾ, ਕਿਉਂਕਿ ਉਹ ਕਹਿ ਰਿਹਾ ਕਿ ਸਾਡਾ ਪਾਣੀ ਜਿਹੜਾ ਸਮਝੌਤਾ ਹੋਇਆ ਸੀਗਾ ਇੰਡਸ ਨਦੀ ਦਾ, ਜਿਹਦੇ 'ਚ ਕਰ ਝਨਾਬ ਨਦੀ ਦਾ ਪਾਣੀ ਉਹਨਾਂ ਕੋਲ ਜਾਂਦਾ, ਤਾਂ ਸਾਡਾ ਪਾਣੀ ਰੁਕ ਜੂ ਵਗੈਰਾ ਚੱਲਦਾ ਰਹਿੰਦਾ ਹੈਗਾ। ਤਾਂ ਸਲਾਲ ਪ੍ਰੋਜੈਕਟ ਹਮੇਸ਼ਾ ਨਿਊਜ਼ 'ਚ ਰਹਿੰਦਾ, 2-3 ਸਾਲ ਪਹਿਲਾਂ ਵੀ ਕਾਫੀ ਨਿਊਜ਼ ਸੀਗਾ। ਤਾਂ ਧਿਆਨ ਰੱਖਣਾ ਝਨਾਬ ਨਦੀ 'ਤੇ ਜੰਮੂ ਕਸ਼ਮੀਰ ਦੇ ਉੱਤੇ ਸਲਾਲ ਪ੍ਰੋਜੈਕਟ ਲੱਗਿਆ ਹੋਇਆ। ਅੱਗੇ ਹੈਗਾ ਮਾਤਾ ਟਿੱਲਾ ਮਲਟੀਪਰਪਜ਼ ਪ੍ਰੋਜੈਕਟ, ਤਾਂ ਮਾਤਾ ਟਿੱਲਾ ਮਲਟੀਪਰਪਜ਼ ਪ੍ਰੋਜੈਕਟ ਬੇਤਵਾ ਨਦੀ ਹੈ ਸਾਥੀਓ, UP ਅਤੇ MP ਦੇ ਬਾਰਡਰ 'ਤੇ ਤੁਸੀਂ ਦੇਖੋਗੇ, ਤਾਂ ਉਹਦੇ 'ਤੇ ਦੈਟ ਇਜ਼ ਕਿ ਮਾਤਾ ਟਿੱਲਾ ਮਲਟੀਪਰਪਜ਼ ਪ੍ਰੋਜੈਕਟ ਲੱਗਿਆ ਹੋਇਆ ਸਾਥੀਓ। ਆਹ ਦੇਖੋ ਭਾਖੜਾ ਨੰਗਲ ਜਿਹੜਾ ਹੈਗਾ ਤੁਹਾਨੂੰ ਪਤਾ, ਭਾਖੜਾ ਨੰਗਲ ਜਿਹੜਾ ਪ੍ਰੋਜੈਕਟ ਆ ਉਹ ਦੈਟ ਇਜ਼ ਕਿ ਸਤਲੁਜ ਨਦੀ 'ਤੇ ਬਣਿਆ ਹੋਇਆ। ਸਭ ਤੋਂ ਉੱਚਾ ਡੈਮ ਆ 226 ਮੀਟਰ ਦੈਟ ਇਜ਼ ਕਿ ਉਚਾਈ ਹੈ ਇਹਦੀ। ਇਹਦੇ ਦੁਆਰਾ ਇੱਕ ਝੀਲ ਬਣਾਈ ਜਾਂਦੀ ਹੈ ਜਿਹਨੂੰ ਗੋਬਿੰਦ ਸਾਗਰ ਝੀਲ ਵੀ ਕਿਹਾ ਜਾਂਦਾ। ਸਾਥੀਓ ਪੰਜਾਬ ਦੇ ਹੋਰ ਪ੍ਰੋਜੈਕਟ ਦੇਖੀਏ ਤਾਂ ਭਾਖੜਾ ਸਤਲੁਜ 'ਤੇ, ਸਲਾਲ ਪ੍ਰੋਜੈਕਟ ਆਪਾਂ ਦੇਖਿਆ ਝਨਾਬ ਨਦੀ 'ਤੇ ਆ। ਧਿਆਨ ਕਰੋ ਸਲਾਲ ਨਦੀ ਆਪਣੇ ਵਾਲੇ ਪਾਸੇ ਨਹੀਂ ਵਹਿੰਦੀ, ਇਹ ਵਹਿੰਦੀ ਹੈਗੀ ਜੰਮੂ ਕਸ਼ਮੀਰ 'ਚ, ਤਾਂ ਜੰਮੂ ਕਸ਼ਮੀਰ ਦੀ ਨਦੀ ਹੈ ਸਲਾਲ ਨਦੀ, ਝਨਾਬ ਨਦੀ, ਉੱਤੇ ਸਲਾਲ ਪ੍ਰੋਜੈਕਟ ਬਣਿਆ ਹੋਇਆ। ਥੀਨ ਪ੍ਰੋਜੈਕਟ ਜਿਹੜਾ ਹੈਗਾ ਸਾਥੀਓ ਅਸੀਂ ਦੇਖਦੇ ਸਾਡੀ ਨਦੀ ਆਉਂਦੀ ਹੈ ਰਾਵੀ, ਤਾਂ ਰਾਵੀ ਅਤੇ ਪੰਜਾਬ ਦੇ ਵਿਚਕਾਰ ਪੰਜਾਬ ਜੰਮੂ ਕਸ਼ਮੀਰ ਦੇ ਬਾਰਡਰ 'ਤੇ ਥੀਨ ਪ੍ਰੋਜੈਕਟ ਲੱਗਿਆ ਹੋਇਆ। ਅਤੇ ਬਿਆਸ ਨਦੀ 'ਤੇ ਸਾਥੀਓ ਕਿਹੜਾ ਡੈਮ ਹੈਗਾ ਪੌਂਗ ਡੈਮ ਆ। ਪੌਂਗ ਡੈਮ ਸਾਥੀਓ ਧਿਆਨ ਰੱਖਣਾ ਬਿਆਸ ਨਦੀ 'ਤੇ ਆ, ਥੀਨ ਰਾਵੀ 'ਤੇ ਆ, ਸਲਾਲ ਝਨਾਬ 'ਤੇ ਆ, ਭਾਖੜਾ ਸਤਲੁਜ 'ਤੇ ਆ। ਇਹ ਪੰਜਾਬ ਦੇ ਡੈਮ ਨੇ ਸਾਥੀਓ। ਇੱਕ ਨਾ ਧਿਆਨ ਰੱਖਣਾ ਕੁਐਸਚਨ ਜੋ ਬਾਰ-ਬਾਰ ਆਉਂਦਾ ਕਿ ਭਾਰਤ ਸਭ ਤੋਂ ਉੱਚਾ ਬੰਨ੍ਹ ਕਿਹੜਾ। ਜੇ ਕੁਐਸਚਨ ਆਇਆ ਕਿ ਭਾਰਤ ਦਾ ਸਭ ਤੋਂ ਉੱਚਾ ਬੰਨ੍ਹ ਕਿਹੜਾ ਨਾ, ਤਾਂ ਉੱਚੇ ਦਾ ਮਤਲਬ ਕਿ ਵੀ ਪਹਿਲੀ ਉਚਾਈ 'ਤੇ ਲੱਗਿਆ ਹੋਇਆ, ਉਹ ਥੱਲੋਂ ਪਹਿਲੀ ਉੱਚਾ ਲੱਗਿਆ ਹੋਇਆ। ਤਾਂ ਅਸੀਂ ਦੇਖਦੇ ਹਾਂ ਕਿ ਭਾਗੀਰਥੀ ਨਦੀ ਇੱਕ ਵਹਿੰਦੀ ਆ, ਤੁਹਾਨੂੰ ਮੈਂ ਪੜ੍ਹਾਇਆ ਵੀ ਸੀਗਾ, ਗੰਗਾ ਨਦੀ ਭਾਗੀਰਥੀ ਨਦੀ ਤੋਂ ਮਿਲ ਕੇ ਬਣਦੀ ਆ। ਤਾਂ ਭਾਗੀਰਥੀ ਨਦੀ ਦੇ ਉੱਪਰ ਇੱਕ ਬੰਨ੍ਹ ਮਾਰਿਆ ਹੋਇਆ ਹੈਗਾ, ਉਹਨੂੰ ਭਾਰਤ ਦਾ ਸਭ ਤੋਂ ਉੱਚਾ ਬੰਨ੍ਹ ਕਹਿੰਦੇ ਨੇ। ਭਾਵੇਂ ਉਹ ਉੱਚਾ ਨਹੀਂ ਹੈਗਾ ਪਰੰਤੂ ਉਚਾਈ 'ਤੇ ਹੀ ਬਣਾਇਆ ਹੈ, ਤਾਂ ਉਹਦੀ ਉਚਾਈ ਜ਼ਿਆਦਾ। ਪਰ ਜੇ ਉਂਝ ਦੇਖੀਏ ਮੈਨ ਮੇਡ ਵੀ ਭਾਈ ਬੰਦੇ ਨੇ ਬਣਾਇਆ, ਵੀ ਬੰਦਿਆਂ ਨੇ ਉਚਾਈ 'ਤੇ ਬਣਾਇਆ,
ਤਾਂ ਉਹਦਾ ਉੱਤਰ ਸਾਥੀਓ ਜਿਹੜਾ ਆਉਂਦਾ ਉਹ ਆਪਣਾ ਭਾਖੜਾ ਨੰਗਲ ਆਉਂਦਾ। ਧਿਆਨ ਰੱਖਣਾ, ਭਾਖੜਾ ਨੰਗਲ ਤਾਂ ਬੰਦਿਆਂ ਨੇ ਸਭ ਤੋਂ ਉੱਚਾ ਬਣਾਇਆ ਹੈਗਾ, ਜਿਹਦੀ ਉਚਾਈ ਕਿੰਨੀ ਆ 226 ਮੀਟਰ। 226 ਮੀਟਰ ਉੱਚਾ ਦੈਟ ਇਜ਼ ਕਿ ਭਾਖੜਾ ਨੰਗਲ ਪ੍ਰੋਜੈਕਟ ਹੈਗਾ। ਪਰ ਜੇਕਰ ਤੁਸੀਂ ਉਂਝ ਪੁੱਛੋ ਤਾਂ ਸਾਥੀਓ ਭਾਗੀਰਥੀ ਨਦੀ ਤੇ ਡੈਮ ਬਣਾਇਆ, ਡੈਮ ਦਾ ਨਾਂ ਕੀ ਹੈ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਦੱਸੂਗਾ। ਤੁਸੀਂ ਲੱਭਣ ਦੀ ਕੋਸ਼ਿਸ਼ ਕਰਨੀ ਕਿ ਭਾਗੀਰਥੀ ਨਦੀ ਤੇ ਭਾਰਤ ਦਾ ਉੱਚਾ ਡੈਮ ਕਿਹੜਾ ਬਣਿਆ ਹੋਇਆ ਸਾਥੀਓ। ਸਮਝੇ ਗੱਲ ਨੂੰ। ਜੇ ਗੱਲ ਕਰੀਏ ਡੈਮਾਂ ਦੀ ਤਾਂ ਅਸੀਂ ਦੇਖਦੇ ਹਾਂ ਕਿ ਛੋਟੇ ਵੱਡੇ ਲਾ ਕੇ ਟੋਟਲ 5202 ਡੈਮ ਨੇ ਭਾਰਤ ਦੇ ਵਿੱਚ। ਸਾਡੇ ਇੱਕ ਡੈਮਾਂ ਨੂੰ ਮੈਨੇਜ ਕਰਨ ਵਾਸਤੇ ਸੈਂਟਰਲ ਵਾਟਰ ਕਮਿਸ਼ਨ ਬਣਿਆ ਹੋਇਆ ਹੈਗਾ। ਜੋ ਸੈਂਟਰਲ ਵਾਟਰ ਕਮਿਸ਼ਨ ਆ ਇਹ ਸਾਰੇ ਡੈਮਾਂ ਦੀ ਕੀ ਕਰਦਾ ਹੈਗਾ, ਦੈਟ ਇਜ਼ ਕਿ ਧਿਆਨ ਰੱਖਦਾ ਹੈਗਾ। ਅਸੀਂ ਦੇਖਦੇ ਹਾਂ ਜੇ ਥੋੜ੍ਹੀ ਜਿਹੀ ਪੁਰਾਣੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਜਿਹੜਾ ਪਹਿਲਾ ਡੈਮ ਸੀਗਾ ਤਾਂ ਇਹਦਾ ਨਾਂ ਸੀ ਕਾਲਨਾਈ ਡੈਮ। ਤਾਂ ਕਾਲਨਾਈ ਡੈਮ ਭਾਰਤ 'ਚ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ। ਕਦੋਂ ਬਣਾਇਆ ਗਿਆ ਸੀ ਤਾਂ ਤੁਸੀਂ ਪੜ੍ਹੇ ਹੋਗੇ ਅਤੇ ਕਿ ਸਾਡੇ ਦੈਟ ਇਜ਼ ਕੀ ਆ ਸਾਊਥ ਇੰਡੀਆ ਦੇ ਇੱਕ ਚੌਲ ਰਾਜੇ ਹੋਏ ਨੇ, ਚੌਲ ਵੰਸ਼ ਦੇ 2 ਸਦੀ ਦੇ ਵਿੱਚ। ਤਾਂ ਉਹ 'ਚ ਰਾਜਾ ਸੀਗਾ ਕਿੰਗ ਕਰੀਕਲਾ ਚੋਲਾ। ਤਾਂ ਚੋਲ ਵੰਸ਼ ਦੇ ਰਾਜਿਆਂ ਬਾਰੇ ਵਿਸ਼ਵ ਪ੍ਰਸਿੱਧ ਨੇ ਕਿਉਂਕਿ ਚੌਲ ਦਾ ਰਾਜ ਜਿਹੜਾ ਹੈਗਾ ਸੀ ਅੱਜ ਦੇ ਇੰਡੋਨੇਸ਼ੀਆ, ਵੀਅਤਨਾਮ, ਲਾਓਸ ਦੇ ਵਿਚਕਾਰ ਚੌਲ ਰਾਜਿਆਂ ਦਾ ਰਾਜ ਰਿਹਾ ਹੈਗਾ। ਇਹ 'ਤੇ ਬਣਾਇਆ ਗਿਆ ਸੀ ਦੈਟ ਇਜ਼ ਕਾਲਨਾਈ ਡੈਮ, ਜੋ ਦੈਟ ਇਜ਼ ਕਿ ਕਾਵੇਰੀ ਨਦੀ 'ਤੇ ਕੀ ਹੈ ਬਣਿਆ ਹੋਇਆ ਡੈਮ ਸੀਗਾ। ਠੀਕ ਹੈ ਸਾਥੀਓ, ਅੱਗੇ ਚੱਲਦੇ ਹਾਂ। ਆਹੀ ਹਾਈਐਸਟ ਡੈਮ ਇਨ ਦਾ ਵਰਲਡ ਇਹ ਕੀ ਹੈ, ਜਿਨਪਿੰਗ ਆਈ ਡੈਮ ਆ। ਇਹ ਉਹੀ 3 ਗੋਰਜ ਡੈਮ ਆ ਸਾਥੀਓ। ਇਹਦਾ ਨਾਮ ਬਦਲ ਕੇ ਜਿਹੜਾ ਹੁਣ ਉੱਥੋਂ ਦਾ ਰਾਸ਼ਟਰਪਤੀ ਆ ਸ਼ੀ ਜਿਨਪਿੰਗ, ਤਾਂ ਸ਼ੀ ਜਿਨਪਿੰਗ 'ਤੇ ਇਹਦਾ ਨਾਂ ਜਿਨਪਿੰਗ ਆਈ ਡੈਮ ਦੈਟ ਇਜ਼ ਕੀ ਆ ਰੱਖ ਦਿੱਤਾ ਗਿਆ ਹੈਗਾ। ਧਿਆਨ ਰੱਖਣਾ ਇਹ ਗੱਲ ਦੀ ਕਰ। ਅਤੇ ਜੇ ਪੁੱਛੇ ਵਰਲਡਸ ਟੋਲੈਸਟ ਡੈਮ ਕਿਹੜਾ ਹੈਗਾ ਤਾਂ ਟੋਲੈਸਟ ਡੈਮ ਜਿਹੜਾ ਜਿਹਦਾ ਨਾਂ ਆਉਂਦਾ ਗਾ ਦੈਟ ਇਜ਼ ਕੀ ਆ ਉਹਦਾ ਨਾਂ ਹੈਗਾ ਗਾ ਦੈਟ ਇਜ਼ ਤਜਾਕਿਸਤਾਨ ਦਾ ਡੈਮ ਆ ਕਿਹੜਾ, ਨਿਊਯਰਕ ਡੈਮ। ਨਿਊਯਰਕ ਡੈਮ ਕੁਐਸਚਨ 'ਚ ਕਾਫੀ ਵਾਰੀ ਆਇਆ। ਕੁਐਸਚਨ ਇਹ ਆਓ ਕਿ ਨਿਊਯਰਕ ਡੈਮ ਕਿਹੜੇ ਦੇਸ਼ 'ਚ ਹੈਗਾ, ਧਿਆਨ ਰੱਖਣਾ। ਤਾਂ ਨਿਊਯਰਕ ਡੈਮ ਸਾਥੀਓ ਅਸੀਂ ਦੇਖਦੇ ਹਾਂ ਕਿ ਮੱਧ ਏਸ਼ੀਆ 'ਚ ਇੱਕ ਦੇਸ਼ ਆ ਤਜਾਕਿਸਤਾਨ। ਤਾਂ ਤਜਾਕਿਸਤਾਨ ਜਿਹੜਾ ਦੇਸ਼ ਆ ਇਹਦੇ ਵਿੱਚ ਦੈਟ ਇਜ਼ ਕੀ ਸਭ ਤੋਂ ਉੱਚਾ ਦੈਟ ਇਜ਼ ਕੀ ਡੈਮ ਬਣਿਆ ਹੋਇਆ ਤਜਾਕਿਸਤਾਨ 'ਚ, ਜੋ 300 ਮੀਟਰ ਭਾਵ 984 ਫੁੱਟ ਕੀ ਹੈਗਾ ਉੱਚਾ ਬਣਿਆ ਹੋਇਆ। ਪਹਿਲਾਂ ਇਹ ਰਿਕਾਰਡ ਹੋਵਰ ਡੈਮ ਦੇ ਕੋਲੇ ਸੀਗਾ। ਹੋਵਰ ਡੈਮ 726 ਫੁੱਟ ਭਾਵ 221 ਮੀਟਰ ਕੀ ਉੱਚਾ ਡੈਮ ਸੀਗਾ ਹੋਵਰ ਡੈਮ। ਇਹਨੂੰ ਦੈਟ ਇਜ਼ ਕਿ ਯਾਦ ਰੱਖਣ ਦੀ ਕੋਸ਼ਿਸ਼ ਕਰਨੀ। ਸਮਝੇ ਗੱਲ ਨੂੰ। ਤਾਂ ਆ ਗਿਆ ਸਾਥੀ ਜਦੋਂ ਤੁਹਾਨੂੰ ਆਨਸਰ ਦਿੰਦਾ ਸੀਗਾ ਮੈਂ, ਤਾਂ ਟਿਹਰੀ ਡੈਮ ਆ ਜਿਹੜਾ ਦੈਟ ਇਜ਼ ਕੀ ਆ ਸਾਡਾ ਦੈਟ ਇਜ਼ ਕੀ ਬਣਿਆ ਹੋਇਆ ਹੈਗਾ ਕਿੰਨਾ 260 ਮੀਟਰ ਉੱਚਾ ਭਾਵ ਥੱਲੋਂ ਲਾ ਕੇ ਉਂਝ ਉੱਚਾ ਨਹੀਂ ਹੈਗਾ ਪਰੰਤੂ ਟੋਟਲ ਉਚਾਈ ਵਿੱਚ ਹੀ ਹੇਠਾਂ ਧਰਤੀ ਤੋਂ ਲਾ ਕੇ ਉੱਪਰ ਉਹ 260 ਮੀਟਰ ਆ। ਤਾਂ ਜੇ ਕੁਐਸਚਨ ਆਉਂਦਾ ਕਿ ਹਾਈਐਸਟ ਡੈਮ ਇਨ ਇੰਡੀਆ ਕਿਹੜਾ ਹੈਗਾ ਤਾਂ ਇਹਦਾ ਉੱਤਰ ਕੀ ਆਊਗਾ, ਟਿਹਰੀ ਡੈਮ ਹੀ ਆਊਗਾ। ਧਿਆਨ ਰੱਖਣਾ ਟਿਹਰੀ ਡੈਮ ਭਾਗੀਰਥੀ ਨਦੀ 'ਤੇ ਬਣਿਆ ਹੋਇਆ ਹੈਗਾ ਦੈਟ ਇਜ਼ ਕੀ ਜੋ ਉੱਤਰਾਖੰਡ ਦੇ ਵਿੱਚ ਪੈਂਦੀ ਆ। ਨਿੱਕੀ ਨਿੱਕੀ ਗੱਲਾਂ। ਚੰਡੀਗੜ੍ਹ ਹੈਜ਼ ਨੋ ਰਿਵਰ। ਚੰਡੀਗੜ੍ਹ ਇੱਕ ਇਹੋ ਜਿਹਾ ਸਟੇਟ ਹੈ ਜਿਹਦੀ ਕੋਈ ਵੀ ਦੈਟ ਇਜ਼ ਕੀ ਹੈ ਨਦੀ ਨਹੀਂ ਵਹਿੰਦੀ ਜਿਹਦੇ ਵਿੱਚ। ਸਮੋਲੈਸਟ ਕੰਟਰੀ ਵਿਦਾਊਟ ਅ ਰਿਵਰ ਇਜ਼ ਵੈਟੀਕਨ ਸਿਟੀ। ਸਭ ਤੋਂ ਛੋਟਾ ਰਾਜ ਜਿੱਥੇ ਕੋਈ ਨਦੀ ਨਹੀਂ ਹੈਗੀ ਤਾਂ ਤੁਹਾਨੂੰ ਪਤਾ ਕਿ ਫਰਾਂਸ ਦੇ ਕੋਲ ਇੱਕ ਨਿੱਕਾ ਜਿਹਾ ਦੇਸ਼ ਹੈ ਵੈਟੀਕਨ ਸਿਟੀ, ਜੋ ਸਭ ਤੋਂ ਛੋਟਾ ਦੇਸ਼ ਵੀ ਹੈ। ਨਾ ਹੀ ਇੱਥੇ ਕੋਈ ਦੈਟ ਇਜ਼ ਕੀ ਹੈਗਾ ਨਦੀ ਵਹਿੰਦੀ ਹੈ, ਨਾ ਹੀ ਕੋਈ ਲੇਕਸ ਨੇ, ਪਰੰਤੂ ਸਪਿਰਿਚੁਅਲ ਤੌਰ 'ਤੇ ਬਹੁਤ ਜ਼ਿਆਦਾ ਦੈਟ ਇਜ਼ ਕੀ ਆ ਯਹੂਦੀਆਂ ਦਾ ਬਹੁਤ ਤਕੜਾ ਦੇਸ਼ ਹੈ ਵੈਟੀਕਨ ਸਿਟੀ। ਅੱਗੇ ਅਸੀਂ ਦੇਖਦੇ ਹਾਂ ਕਿ ਸਾਊਦੀ ਅਰਬੀਆ ਤੁਹਾਨੂੰ ਪਤਾ ਰੇਗਿਸਤਾਨ ਆ, ਸਭ ਤੋਂ ਵੱਡਾ ਦੇਸ਼ ਆ ਜਿੱਥੇ ਕੋਈ ਦੈਟ ਇਜ਼ ਕੀ ਆ ਨਦੀ ਨਹੀਂ ਵਹਿੰਦੀ। ਸਾਊਦੀ ਅਰਬੀਆ ਸਭ ਤੋਂ ਵੱਡਾ ਦੇਸ਼ ਜਿੱਥੇ ਕੋਈ ਨਦੀ ਨਹੀਂ। ਪਰ ਇਹ ਤੋਂ ਇਲਾਵਾ ਅਗਲਾ ਸਾਊਦੀ ਅਰਬ ਨਹੀਂ, UAE, ਕੁਵੈਤ, ਅਰਾਊਂਡ 17 ਇਹੋ ਜਿਹੀਆਂ ਕੰਟਰੀਜ਼ ਨੇ ਜਿੱਥੇ ਕੋਈ ਨਦੀ ਨਹੀਂ ਵਹਿੰਦੀ ਸਾਥੀਓ। ਤਾਂ ਸਾਡੇ ਵਾਸਤੇ ਇੱਕ ਬਹੁਤ ਸੁੱਖ ਦੀ ਗੱਲ ਆ, ਮਾਣ ਦੀ ਗੱਲ ਆ ਕਿ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਦੈਟ ਇਜ਼ ਕਿ ਕਿੰਨੀਆਂ ਨਦੀਆਂ ਵਹਿੰਦੀਆਂ ਨੇ ਅਤੇ 17 ਦੇਸ਼ ਜਿੱਥੇ ਕੋਈ ਨਦੀ ਨਹੀਂ ਵਹਿੰਦੀ। ਤਾਂ UAE, ਕੁਵੈਤ, ਸਾਊਦੀ ਅਰਬੀਆ ਦਾ ਮੁੱਖ ਜਿਹੜਾ ਹੈਗਾ ਨਾ, ਤੁਸੀਂ ਕੋਈ ਆਪਣੇ ਨਾਲ ਸਾਊਦੀ ਅਰਬੀਆ ਗਿਆ ਹੋ ਤਾਂ ਪੁੱਛ ਕੇ ਦੇਖਿਓ, ਉਸਨੂੰ ਦੱਸੂਗਾ ਕਿ ਸਾਡਾ ਕਾਫੀ ਜ਼ਿਆਦਾ ਮਨੀ ਚਲਾ ਜਾਂਦਾ ਹੈਗਾ ਪਾਣੀ ਖਰੀਦਣ 'ਤੇ। ਤਾਂ ਪਾਣੀ ਖਰੀਦਣ 'ਤੇ ਸਾਡਾ ਬਹੁਤ ਜ਼ਿਆਦਾ ਦੈਟ ਇਜ਼ ਕਿ ਯੋਗਦਾਨ ਚਲਾ ਜਾਂਦਾ। ਪੈਟਰੋਲ ਸਸਤਾ, ਪਾਣੀ ਮਹਿੰਗਾ ਸਾਥੀ। ਉੱਥੇ ਜਿਹੜਾ ਪਾਣੀ ਉੱਥੇ ਮਿਲਦਾ ਉਹ ਪੀਣ ਯੋਗ ਨਹੀਂ ਹੁੰਦਾ, ਉਹਨੂੰ ਫਿਲਟਰ ਕਰ ਕਰਕੇ ਜਿਵੇਂ ਬੋਤਲ ਲੈਂਦੇ ਐਂ ਪਾਣੀ ਦੈਟ ਇਜ਼ ਕਿ ਮਿਲਦਾ ਆਪਾਂ ਨੂੰ, ਉਹ ਪਾਣੀ ਪੀਣਾ ਪੈਂਦਾ। ਤਾਂ ਕਾਫੀ ਖਰਚਾ ਪਾਣੀ 'ਤੇ ਆਉਂਦਾ। ਪਰ ਸਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਪੰਜਾਬ 'ਚ ਪਾਣੀ ਦੀ ਕਮੀ ਨਹੀਂ ਹੈਗੀ, ਪੰਜਾਬ 'ਚ ਪਾਣੀ ਬਹੁਤ ਸਾਫ਼ ਆਉਂਦਾ। ਲੋੜ ਆ ਉਹਨਾਂ ਪਾਣੀਆਂ ਨੂੰ ਬਚਾਉਣ ਦੀ ਸਾਥੀਓ। ਫਿਰ ਆਪਾਂ ਦੇਖਦੇ ਹਾਂ ਕੁਝ ਕੁ ਇੰਪੋਰਟੈਂਟ ਡੈਮ ਜਿਹੜੇ ਕਿ ਹਮੇਸ਼ਾ ਪੇਪਰ 'ਚ ਆਉਂਦੇ ਨੇ। ਸਭ ਤੋਂ ਪਹਿਲਾਂ ਹੈਗਾ ਸਾਥੀਓ ਭਾਖੜਾ ਡੈਮ, ਜਿਹੜਾ ਦੈਟ ਇਜ਼ ਕੀ ਆ ਅਸੀਂ ਦੇਖਦੇ ਹਾਂ ਕਿ ਹਿਮਾਚਲ ਪ੍ਰਦੇਸ਼ 'ਚ ਬਣਿਆ ਹੋਇਆ, ਪੰਜਾਬ 'ਚ ਨਹੀਂ ਬਣਿਆ, ਧਿਆਨ ਰੱਖਣਾ। ਪਰ ਉਹਦਾ ਬੈਨੀਫਿਟ ਕੀ ਆ ਪੰਜਾਬ ਨੂੰ ਆ ਸਤਲੁਜ ਨਦੀ 'ਤੇ। ਫਿਰ ਇੱਕ ਡੈਮ ਆ ਸਾਥੀਓ ਬਗਲੀਹਾਰ ਡੈਮ, ਬਹੁਤ ਹੀ ਫੇਮਸ ਡੈਮ ਆ ਬਗਲੀਹਾਰ। ਇਹ ਵਾਰ-ਵਾਰ ਨਿਊਜ਼ 'ਚ ਆਉਂਦਾ ਰਹਿੰਦਾ ਹੈਗਾ ਕਿਉਂਕਿ ਇਹ 'ਤੇ ਵੀ ਇਤਰਾਜ਼ ਕਰਦੇ ਨੇ ਪਾਕਿਸਤਾਨ ਦੇ ਕਿ ਇਹ ਡੈਮ ਆ ਦੈਟ ਇਜ਼ ਕੀ ਆ ਰੋਕ ਰਿਹਾ, ਪਾਣੀ ਰੋਕ ਰਿਹਾ। ਬਗਲੀਹਾਰ ਡੈਮ ਸਾਥੀਓ ਕਿਹੜੇ ਸਟੇਟ 'ਚ ਆ, ਜੰਮੂ ਕਸ਼ਮੀਰ ਦੇ ਵਿੱਚ ਆ। ਨਦੀ ਕਿਹੜੀ ਆ ਤੁਸੀਂ ਦੱਸਣੀ ਆ। ਤੀਜਾ ਹੈਗਾ ਟਿਹਰੀ ਡੈਮ, ਹੁਣੇ ਪੜ੍ਹ ਕੇ ਹਟਿਆ ਉੱਤਰਾਖੰਡ ਦੇ ਵਿੱਚ ਆ। ਆਪਾਂ ਹੁਣੇ ਪੜ੍ਹਿਆ ਨਾਗਾਰਜੁਨ ਸਾਗਰ ਡੈਮ,
ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਬਾਰਡਰ ਤੇ ਸਾਥੀਓ ਨਾਗਾਰਜੁਨ ਡੈਮ ਬਣਿਆ ਹੋਇਆ। ਬਨ ਸਾਗਰ ਡੈਮ ਹੈਗਾ ਮੱਧ ਪ੍ਰਦੇਸ਼ ਦੇ ਵਿੱਚ। ਹੀਰਾਕੁੱਡ ਹੈਗਾ ਉੜੀਸਾ ਦੇ ਵਿੱਚ। ਸਾਥੀਓ ਨਵਾਂ ਡੈਮ ਜਿਹੜਾ ਬਣਿਆ ਉਹ ਬਣਿਆ ਸਰਦਾਰ ਸਰੋਵਰ ਡੈਮ। ਸਰਦਾਰ ਵੱਲਭ ਭਾਈ ਪਟੇਲ ਜੀ ਦੇ ਨਾਂ 'ਤੇ ਸਰਦਾਰ ਸਰੋਵਰ ਡੈਮ ਬਣਿਆ ਹੋਇਆ, ਜਿਹਦੀ ਉਚਾਈ ਲਗਭਗ 535 ਰੱਖਣ ਦੀ ਕੋਈ ਲੋੜ ਨਹੀਂ। ਕਿੱਥੇ ਬਣਿਆ ਹੋਇਆ? ਗੁਜਰਾਤ 'ਚ ਬਣਿਆ ਹੋਇਆ। ਇਹਦੇ ਉੱਤੇ ਹੀ ਸਭ ਤੋਂ ਉੱਚੀ ਮੂਰਤੀ ਦੈਟ ਇਜ਼ ਕੀ ਆ ਸਰਦਾਰ ਸਰੋਵਰ ਡੈਮ ਦੇ ਉੱਤੇ ਦੈਟ ਇਜ਼ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਬਣੀ ਹੋਈ ਹੈ। ਸਾਥੀਓ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਕੁਐਸਚਨ ਪੁੱਛਿਆ ਸੀ ਕਿ ਦੱਸਣਾ ਤੁਸੀਂ ਕਿ ਹੁਣੇ ਇੱਕ ਨਵੀਂ ਮੂਰਤੀ ਬਣੀ ਆ ਸਟੈਚੂ ਆਫ ਇਕੁਐਲਿਟੀ। ਸਟੈਚੂ ਆਫ ਇਕੁਐਲਿਟੀ ਮੂਰਤੀ ਕਿਹਦੀ ਮੂਰਤੀ ਆ? ਤਾਂ ਸੰਤ ਰਾਮਾਨੁਜਨ ਜੀ। ਬਹੁਤ ਹੀ ਮੱਧਕਾਲੀਨ ਭਾਰਤ ਵਿੱਚ ਸੰਤ ਰਾਮਾਨੁਜਨ ਜੀ ਹੋਏ ਨੇ, ਜਿਨ੍ਹਾਂ ਨੇ ਜਾਤ ਪਾਤ ਨੂੰ ਖਤਮ ਕਰਨ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ। ਤਾਂ ਉਹਨਾਂ ਦੇ ਨਾਂ 'ਤੇ ਸਟੈਚੂ ਆਫ ਇਕੁਐਲਿਟੀ ਬਣਾਈ ਗਈ ਹੈ। SC OBC ਹਿੰਦੂ ਮੁਸਲਿਮ ਇਹਨਾਂ ਦੀਆਂ ਨੂੰ ਬਰਾਬਰਤਾ ਦੇ ਉੱਤੇ ਉਹਨਾਂ ਦੇ ਸਾਰੇ ਕੀ ਨੇ ਵਿਚਾਰ ਨੇ। ਸਾਥੀਓ ਅਸੀਂ ਅਗਲੀ ਗੱਲ ਵੱਲ ਵੱਧਦੇ ਹਾਂ। ਅਸੀਂ ਦੇਖਦੇ ਹਾਂ ਕਿ ਦੈਟ ਇਜ਼ ਕਿ ਇਹ ਮੂਰਤੀ ਕਿੱਥੇ ਬਣੀ ਹੋਈ ਹੈ? ਹੈਦਰਾਬਾਦ। ਸਾਥੀਓ ਇਹ ਮੂਰਤੀ ਸਾਨੂੰ ਦੇਖਣ ਨੂੰ ਮਿਲਦੀ ਹੈ। ਸਾਥੀਓ ਅੱਗੇ ਚੱਲਦੇ ਹਾਂ ਇੰਦਰਾ ਸਾਗਰ ਡੈਮ। ਇੰਦਰਾ ਸਾਗਰ ਡੈਮ ਸਾਥੀਓ ਮੱਧ ਪ੍ਰਦੇਸ਼ ਦੇ ਵਿੱਚ ਆ। ਭਵਾਨੀ ਸਾਗਰ ਡੈਮ ਤਾਮਿਲਨਾਡੂ 'ਚ ਆ। ਇਡੁੱਕੀ ਬਹੁਤ ਹੀ ਫੇਮਸ ਡੈਮ ਆ ਇਡੁੱਕੀ। ਕਿੱਥੇ ਬਣਿਆ ਹੋਇਆ? ਕੇਰਲਾ ਦੇ ਵਿੱਚ। ਮੈਟੂਰ ਡੈਮ ਸਾਥੀਓ ਕਿੱਥੇ ਹੈਗਾ? ਤਾਮਿਲਨਾਡੂ ਦੇ ਵਿੱਚ। ਸ੍ਰੀ ਸਾਈਲਮ ਡੈਮ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਚ। ਬਹੁਤ ਹੀ ਫੇਮਸ ਡੈਮ ਸਾਥੀਓ ਕੋਇਨਾ ਡੈਮ। ਕਿੱਥੇ ਬਣਿਆ ਹੋਇਆ ਹੈਗਾ? ਮਹਾਰਾਸ਼ਟਰ 'ਚ। ਤੁੰਗਭਦਰਾ ਕਿੱਥੇ ਬਣਿਆ ਹੋਇਆ? ਕਰਨਾਟਕਾ 'ਚ। ਮੁੱਲਾ ਪਰਿਆਰ ਡੈਮ ਕਿੱਥੇ ਬਣਿਆ ਹੋਇਆ? ਪਰਿਆਰ ਨਦੀ 'ਤੇ ਤਾਮਿਲਨਾਡੂ 'ਚ। ਅਤੇ ਪੌਂਗ ਡੈਮ ਸਾਥੀਓ ਆਪਾਂ ਦੇਖਿਆ ਬਿਆਸ ਨਦੀ ਦੇ ਕੰਢੇ 'ਤੇ ਹਿਮਾਚਲ ਪ੍ਰਦੇਸ਼ ਸਾਥੀਓ ਬਣਿਆ ਹੋਇਆ। ਲਓ ਸਾਥੀਓ ਅੱਜ ਆਪਾਂ ਡੈਮਾਂ ਵਾਲਾ ਕੰਮ ਕਰ ਲਿਆ। ਇੰਨੇ ਡੈਮਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ। ਕੁਝ ਕੁ ਨਦੀਆਂ ਦੇ ਨਾਂ, ਕੁਝ ਕੁ ਸਟੇਟਾਂ ਦੇ ਨਾਂ ਹਮੇਸ਼ਾ ਪੇਪਰ 'ਚ ਪੁੱਛੇ ਜਾਂਦੇ ਨੇ। ਇਹਨੂੰ ਯਾਦ ਕਰਨਾ ਤੁਸੀਂ ਮੇਨ ਗੱਲ ਦੇ ਵਿੱਚ। ਸਮਝੇ ਗੱਲ ਨੂੰ? ਤਾਂ ਦੈਟ ਇਜ਼ ਕੀ ਆਪਾਂ ਮੇਨ ਜਿਹੜਾ ਫੋਕਸ ਕੀਤਾ ਉਹ ਡੈਮਸ 'ਤੇ ਦੈਟ ਇਜ਼ ਕੀ ਆ ਫੋਕਸ ਕੀਤਾ ਸੀਗਾ।